ਜਿਹੜੇ ਨੇ ਕਿਸੇ ਵੀ ਸਟਰਕਚਰ ਨੂੰ ਤਬਾਹ ਕਰ ਸਕਦੇ, ਲੇਕਿਨ ਉਸ ਦੀ ਐਸ਼ਿਸ ਤੇ ਇੱਕ ਨਵੀਂ ਸਟਰਕਚਰ ਨਹੀਂ ਖੜੀ ਕਰ ਸਕਦੇ। ਇਹ ਬੜਾ ਵੱਡਾ ਸਵਾਲ ਜਿਹੜਾ ਕਿ ਸਾਡੇ ਗਵਰਨਰ ਨਾਲ ਪਹੁੰਚਿਆ। ਆਫਟਰ ਅਸੀਂ 5 ਰੈਵੋਲੂਸ਼ਨ ਲਿਆਂਦੇ ਕਿ ਉਹਨਾਂ ਦੇ ਬੱਕਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖਿਆ ਦੇ ਆਧਾਰ ਤੇ ਚੁੱਕਾ ਹੈ। ਜੋ ਜਦੋਂ ਅਸੀਂ ਅੱਜ ਇਸ ਨੂੰ ਮੁੱਖ ਰੱਖ ਕੇ ਸੋਸ਼ਲ ਐਪਲੀਕੇਸ਼ਨ ਆਫ ਨੇਚਰ, ਜਿਵੇਂ ਡਾਕਟਰ ਸਾਹਿਬ ਕਹਿ ਰਹੇ ਸੀ ਕਿਤਾਬ ਦਾ ਜਿਹੜਾ ਟਾਈਟਲ ਹੈ, ਇਹ ਭਾਵੇਂ ਆਲਟਰਨੇਟਿਵ ਸਟੇਟ ਦੀ ਗੱਲ ਕਰਦਾ, ਗਲੋਬਲ ਆਰਡਰ ਦੀ ਗੱਲ ਕਰਦਾ, ਲੇਕਿਨ ਮੂਲ ਜਿਹੜੀ ਇਸ ਦੀ ਸਾਰੀ ਪਹੁੰਚ ਹੈ ਉਹ ਸੋਸ਼ਲ ਐਪਲੀਕੇਸ਼ਨ ਆਫ ਨੇਚਰ ਹੈ। ਸੋ ਮੈਂ ਸਮਝਦਾ ਕਿ ਇਹ ਜਿਹੜੀ ਕਿਤਾਬ ਦਾ ਡੀਕੋਡ ਕਰਨੀ ਹੈ ਸਾਡੇ ਸਕਾਲਰਸ ਕਰਨਗੇ, ਤਾਂ ਇਸ ਨੂੰ ਮੁੱਖ ਰੱਖਣਾ ਬੜਾ ਜ਼ਰੂਰੀ ਹੈ ਕਿ ਜਿਹੜੀ ਅਸੀਂ ਇਸ ਕਿਤਾਬ ਦੇ ਵਿੱਚ ਨੇਚਰ ਦੀ ਐਪਲੀਕੇਸ਼ਨ ਦੀ ਗੱਲ ਕੀਤੀ ਹੈ, ਉਹ ਕਿਸ ਹੱਦ ਤੱਕ ਅਸੀਂ ਉਹਦੇ ਸਫਲ ਹੋਏ ਹਾਂ। ਆਇਆ ਇਹ ਉਸ ਮੁਤਾਬਕ ਠੀਕ ਪੈਰਾਡਾਈਮ ਸੋਚਿਆ ਕਿ ਮੈਂ ਜਦੋਂ ਕਿਤਾਬ ਸੋਚਿਆ ਕਿਤਾਬ ਦੇ ਪਹਿਲੇ ਪੰਨੇ ਦਿੱਤੇ ਹੈ, ਤੇ ਇਸ ਕਿਤਾਬ ਦੀ ਜਿਹੜੀ ਮੂਲ ਸਟਰਕਚਰ ਹੈ ਉਹਦੇ ਵਿੱਚ ਅਸੀਂ ਪੈਰਾਡਾਈਮ ਸ਼ਿਫਟ ਜਿਹੜਾ ਪ੍ਰਚਲਿਤ ਸਮਾਜਿਕ ਨਵੇਂ ਸਿਰੋਂ ਸ਼ੁਰੂਆਤ ਕਿਵੇਂ ਕੀਤੀ ਜਾਵੇ, ਇਹ ਭਾਈ ਹਰਸਿਮਰਤ ਸਿੰਘ ਨੇ ਆਪਣੀ ਅੰਗਰੇਜ਼ੀ ਦੇ ਕਿਹੜਾ ਵੱਡਾ ਚੌਕਾ ਦਿੱਤਾ। ਔਰ ਮੈਨੂੰ ਲੱਗਦਾ ਵੀ ਇਹਦੇ ਤੇ ਆਪਾਂ ਸੈਮੀਨਾਰ ਵੀ 25-25 ਮਿੰਟ ਦੀ ਬਜਾਏ ਜੇ 10-10 12-12 ਬੰਦੇ ਬਹਿ ਗਏ ਤੇ ਕੋਈ 2-2 4-4 ਘੰਟੇ ਗੱਲਬਾਤ ਕਰੀਏ ਤੇ ਸ਼ਾਇਦ ਉਹਦੇ ਤੋਂ ਕੋਈ ਇੱਕ ਨਰੇਟਿਵ ਜਿਹੜਾ ਪੰਜਾਬ ਨੂੰ ਦਿੱਤਾ ਜਾ ਸਕਦਾ ਉਹ ਫਾਈਨਲ ਹੋ ਜਾਵੇ। 25 ਕਿਤਾਬਾਂ ਪੜ੍ਹੀਆਂ ਤੇ ਮੈਨੂੰ ਕਹਿਣ ਲੱਗਾ ਵੀ ਮੈਂ ਦੇਖਦਾ ਵੀ ਸਾਰੇ ਹੀ ਬੰਦੇ ਜਿਹੜੇ ਆ ਇੱਕੋ ਗੱਲ ਕਹੀ ਜਾਂਦੇ, ਸਾਡੇ ਨਹਿਰੂ ਨੇ ਧੋਖਾ ਕੀਤਾ, ਸਾਡੇ ਧੋਖਾ ਕੀਤਾ। ਕਿ ਐਸੀ ਗੱਲ ਵਾਲੀ ਸਾਡੀ ਸਾਰੀ ਜਿਹੜੀ ਆ ਸਾਡੀ ਅਕੈਡਮਿਕ ਜਿਹੜੀ ਆ ਮਿਲੀ ਜਾਂਦੀ ਆ ਕਿ ਕੋਈ ਸਿੱਖੀ ਦੇ ਜਿਹੜੇ ਯੂਨੀਵਰਸਲ ਕੰਸਰਨ ਜਿਹੜੇ ਉਹ ਸਰਬੱਤ ਦੇ ਭਲੇ ਵਾਲੀ ਉਹਦੀ ਗੱਲ ਹੀ ਨਹੀਂ ਕਰਦਾ। ਤੇ ਮੈਂ ਪਹਿਲੀ ਵਾਰ ਜਿਹੜੇ ਕਿਸਾਨ ਨੇ ਉਹ ਜੋ ਕੁਝ ਪੈਦਾ ਕਰਦੇ ਮੰਡੀ 'ਚ ਕਹਿੰਦੇ ਆ ਲਓ ਜੀ ਚੱਕੋ, ਮੈਨੂੰ ਤੁਸੀਂ ਜੋ ਦੇਣਾ ਉਹ ਦਿਓ, ਇਹ ਸਾਰਾ ਕੁਝ ਤੁਹਾਡੇ ਲਈ ਹੈ। ਇਹ ਜਿਹੜੀ ਵੰਡ ਛਕਣਾ ਹੈ, ਕਿਸਾਨ ਕੋਲੋਂ ਸਿੱਖਣਾ, ਕੁਦਰਤ ਕੋਲੋਂ ਸਿੱਖਣਾ, ਹਰ ਘਰ ਵੰਡੋ, ਵਿਗਿਆਨ ਵੰਡੋ, ਟੈਕਨੋਲੋਜੀ ਦਾ ਗਿਆਨ ਵੰਡੋ, ਵਾਧੂ ਉਪਜ ਵੰਡੋ, ਖੁਸ਼ਹਾਲੀ ਵੰਡੋ। ਉਹ ਜਿਹੜੇ ਘੱਟ ਵਿਕਸਿਤ ਦੇਸ਼ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਤੁਰੋ। ਹੁਣ ਦੇ ਯੁੱਗ 'ਚ ਕੀ ਹੈ, ਜਿਹੜਾ ਘੱਟ ਵਿਕਸਿਤ ਦੇਸ਼ ਹੈ ਉਹਦੀ ਪਰਵਾਹ ਨਹੀਂ ਕਰਦੇ, ਤੇ ਇਸ ਕਰਕੇ ਉਹਦਾ ਹਾਲ ਕੀ ਹੈ, ਹੁਣ ਜਿਹੜਾ ਘੱਟ ਵਿਕਸਿਤ ਦੇਸ਼ ਹੈ ਜੋ ਉਹਦੀ ਪਰਵਾਹ ਨਹੀਂ ਕੀਤੀ, ਹੋਰ ਬੁਰਾ ਹਾਲ। ਦੂਜੇ ਧਰਮਾਂ ਦੇ ਲੋਕਾਂ ਤੱਕ ਵੀ ਪਹੁੰਚਣਗੀਆਂ ਤੇ ਓਬਵੀਅਸਲੀ ਉਹਨਾਂ ਦਾ ਸਿੱਖੀ ਪ੍ਰਤੀ ਸਾਡੇ ਦਾ ਸਤਿਕਾਰ ਵਧੇਗਾ। ਮੈਂ ਸਮਾਂ ਵਧੇਰੇ ਰਹਿ ਗਿਆ, ਹੋਈਆਂ ਭੁੱਲਾਂ ਚੁੱਕਣ ਦੀ ਖਿਮਾ, ਪਰ ਝੋਲੀ ਅੱਡ ਕੇ ਬੇਨਤੀ ਕਰਦਾ, ਇਹ ਗੱਲਾਂ ਨੂੰ ਜੇ ਅਸੀਂ ਅਹਿਮੀਅਤ ਨਹੀਂ ਦੇਵਾਂਗੇ ਤਾਂ ਨਾ ਸਾਡੇ ਤੋਂ ਕੋਈ ਖਾਲਸਾ ਰਾਜ ਬਣਨਾ, ਨਾ ਇੱਥੇ ਪੰਜਾਬ ਸਾਡੇ ਕੋਲ ਕੱਖ ਬਣਨਾ। ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਧਰਮ ਦੇ ਕਰਕੇ, ਬਾਣੀ ਨੂੰ ਜਪ ਕੇ, ਰਟਨ ਵੀ ਕਰਕੇ, ਸਿਮਰਨ ਵੀ ਕਰਕੇ, ਨਾਮ ਨਾਲ ਵੀ ਜੁੜ ਕੇ, ਪਰ ਜੋ ਗੁਰੂ ਨਾਨਕ ਸਾਹਿਬ ਦਾ ਸੁਪਨਾ, ਜੋ ਬਾਬਾ ਫਤਿਹ ਸਿੰਘ ਦਾ ਸੁਪਨਾ, ਜੋ ਜ਼ੋਰਾਵਰ ਸਿੰਘ ਦਾ ਸੁਪਨਾ, ਭਾਈ ਤਾਰੂ ਸਿੰਘ ਦਾ ਸੁਪਨਾ, ਭਾਈ ਮਨੀ ਸਿੰਘ ਦਾ ਸੁਪਨਾ, ਉਹ ਸੁਪਨਾ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਪੂਰੀ ਦੁਨੀਆ ਦੇ ਕੋਨੇ-ਕੋਨੇ ਤੱਕ ਬ੍ਰਹਿਮੰਡ ਦੇ ਵਿੱਚ ਇਹ ਇੱਕ ਮਾਡਲ ਦੇ ਰੂਪ ਵਿੱਚ ਕਿਵੇਂ ਪਹੁੰਚੇ। ਸੋ ਆਸ ਕਰਦਾ ਕਿ ਅਸੀਂ ਸਾਰੇ ਇਹਦੇ ਲਈ ਯਤਨਸ਼ੀਲ ਹੋਵਾਂਗੇ। ਉੱਚੀ ਆਵਾਜ਼ ਵਿੱਚ ਫਤਿਹ ਬੁਲਾਉਣਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਰਾਜ ਦੀ ਸੰਗਠਨ ਕਿਸਾਨੀ ਦੀ ਮਨੁੱਖੀ ਦੀ ਵੀਰ ਜੀ ਉਹਨਾਂ ਨੇ ਪਾਲ ਸਿੰਘ ਜੀ ਨੇ ਕਿਹਾ ਕਈ ਦਿਨ ਸਾਨੂੰ ਸਮਝਣ ਵਿੱਚ ਸਟੇਟ ਕਾਂਗਰਸ ਦੇ ਮੁੱਖ ਆਦੀ ਜਿੱਥੇ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਵੀ ਚਾਹੂ ਇਹ ਨੀਤੀ ਰਾਜ ਮੇਰੀ ਨੀਤੀ ਰਾਜ का दिशा दी पर जिसका राज किसी का जैसी की सरकार किसी का सब कोई जे तख्त बहे तख्त की लाई ये तख्त उत्ते तख्त ऐसा बंदर ने तख्त की गल आई पर दुनियावी तौर पर जे साडे तख्तां दे उत्ते सरपंच पैंची तो लैके मिनिस्ट्री तक जे जो व्यक्ति बहिंदे तो सब एडे वड्डे सैमलेट करने की तख्त राजा सो बहे जो तख्त लायक हुई कि सच पछाणिया सच राजा जे सच पछाणन वाले तख्तां दे उत्ते
ਤਾਕਤਾਂ ਦੇ ਉੱਤੇ ਪੈਂਦੇ ਸਾਨੂੰ ਦਿੱਕਤਾਂ ਨਹੀਂ ਸੀ ਆਉਂਦੀਆਂ। ਅੱਜ ਸਾਡਾ ਜਿਹੜਾ ਪਾਣੀ ਖਤਮ ਹੋ ਗਿਆ, ਪਾਣੀ ਪ੍ਰਦੂਸ਼ਿਤ ਹੋ ਗਿਆ, ਧਰਤੀ ਨਸ਼ੇੜੀ ਹੋ ਗਈ, ਪ੍ਰਦੂਸ਼ਿਤ ਹੋ ਗਈ, ਪਾਣੀ, ਧਰਤੀ ਤੇ ਹਵਾ, ਇੱਕ ਸਮਾਜ ਪ੍ਰਦੂਸ਼ਿਤ ਹੋ ਗਿਆ। ਅੱਜ ਕੋਈ ਵੀ ਲੇਡੀ ਬਾਹਰ ਜਾ ਕੇ ਆਪਣੇ ਪਰਸ ਜਵਾਬ ਨਹੀਂ ਦੇ ਸਕਦੀ। ਇਹ ਸਾਡਾ ਸਮਾਜ ਪ੍ਰਦੂਸ਼ਿਤ ਕਰਦਾ ਸੌੜੀ ਸਿਆਸਤ। ਇਹ ਕਿਉਂ ਹੋਇਆ ਜੀ? ਮੈਂ ਜਾਦਵ ਦੇ ਹਸਨਸ ਇਹਨਾਂ ਨੇ ਮੈਨੂੰ ਸੱਦਿਆ ਵੀ ਤੁਸੀਂ ਇੱਥੇ ਅਕੈਡਮੀ ਵਿੱਚ ਤਾਂ 12 ਸਾਲ ਦੀ ਗੱਲ ਨਾਲ ਜਾ ਕਿ ਭਾਵੇਂ ਜਿਹੜੀਆਂ ਅਜੋਕੇ ਮਨੁੱਖ ਦੀਆਂ ਸਮੱਸਿਆਵਾਂ, ਭਾਵੇਂ ਜਿਹੜੀਆਂ ਵਿਸ਼ਵ ਸਰਮਾਏਦਾਰੀ ਜਾਂ ਵਿਸ਼ਵ ਪੱਧਰ ਦੀਆਂ ਸਮੱਸਿਆਵਾਂ, ਉਹਨਾਂ ਦਾ ਜਿਹੜਾ ਮੂਲ ਕਾਰਨ ਉਹ ਜਿਹੜਾ ਹੈ ਕੁਦਰਤ ਤੋਂ ਖੜਨਾ ਹੈ ਜਾਂ ਕੁਦਰਤ ਤੇ ਕੰਟਰੋਲ ਕਰਨ ਦੀ ਜਾਂ ਕੁਦਰਤ ਨਾਲ ਟਕਰਾਅ ਜਿਹੜਾ ਇਹਦੇ ਵਿੱਚੋਂ ਇਹ ਸਾਰੀਆਂ ਮਨੁੱਖ ਦੀਆਂ ਉਹ ਜਿਹੜੀਆਂ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਅਨੰਦਪੁਰ ਸਾਹਿਬ ਵੱਲੋਂ ਅੱਜ ਇਸ ਜਲੰਧਰ ਦੇ ਵਿਖੇ ਹਰਸਿਮਰਤ ਸਿੰਘ ਮੇਰਾ ਮੈਂ ਰਾਈਟਰ ਇਸ ਕਿਤਾਬ ਦਾ ਆਲਟਰਨੇਟਿਵ ਸਟੇਟ ਐਂਡ ਗਲੋਬਲ ਆਰਡਰ, ਇਹ ਕਿਤਾਬ ਅਸੀਂ ਪਿਛਲੇ ਦਿਨੀ ਅਕਾਲ ਤਖਤ ਸਾਹਿਬ 'ਤੇ ਰਿਲੀਜ਼ ਕੀਤੀ ਸੀ। ਅੱਜ ਇਸ ਦਾ ਪਹਿਲਾ ਸੈਮੀਨਾਰ ਜਲੰਧਰ ਵਿਖੇ ਹੋਇਆ ਹੈ, ਜਿਹਦੇ ਵਿੱਚ ਕਿ ਵਿਦਵਾਨਾਂ ਨੇ ਔਰ ਸਾਹਿਬ ਸਵਰਾਜ ਸਿੰਘ ਜੀ ਨੇ ਔਰ ਪ੍ਰੋਫੈਸਰ ਅਵਤਾਰ ਸਿੰਘ ਔਰ ਸਾਰੇ ਵਿਦਵਾਨਾਂ ਨੇ ਜੋ ਚਰਚਾ ਕੀਤੀ, ਇੰਦਰਜੀਤ ਸਿੰਘ ਵਾਸੂ ਬੈਠੇ ਨੇ। ਇਹਨਾਂ ਨੇ ਇਸ ਕਿਤਾਬ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ ਹੈ। ਸਾਡਾ ਇਹ ਮੰਨਣਾ ਹੈ ਕਿ ਜੋ ਦੁਨੀਆ ਦੇ ਵਿੱਚ ਐਸੇ ਹਾਲਾਤ ਬਣੇ ਨੇ ਔਰ ਉਹਨਾਂ ਹਾਲਾਤ ਦੇ ਮੁਤਾਬਕ ਜੋ ਸਥਿਤੀਆਂ ਬਦਤਰ ਹੁੰਦੀਆਂ ਜਾ ਰਹੀਆਂ ਨੇ, ਉਹਦਾ ਇਲਾਜ ਜਿਹੜਾ ਕੁਦਰਤ ਨਾਲ ਜੁੜ ਕੇ ਹੈ। ਸੋ ਇਸ ਕਰਕੇ ਅਸੀਂ ਕਿਤਾਬ ਨੂੰ ਸੋਸ਼ਲ ਐਪਲੀਕੇਸ਼ਨ ਆਫ ਨੇਚਰ ਕਿਹਾ ਹੈ ਔਰ ਨੇਚਰ ਨੂੰ ਇੰਟਰਪ੍ਰੇਟ ਕਰਕੇ ਜੋ ਉਸਦੇ ਵੱਖ-ਵੱਖ ਮਾਡਲਸ ਨਿਕਲਦੇ ਨੇ, ਵੱਖ-ਵੱਖ ਜੀਵਨ ਦਾ ਦਿਸ਼ਾਵਾਂ ਨਿਕਲਦੀਆਂ ਨੇ, ਉਸ ਨੂੰ ਅਸੀਂ ਇੰਪਲੀਮੈਂਟ ਕਰਨ ਵਾਸਤੇ ਰਾਜਨੀਤਿਕ ਲੋਕਾਂ ਨੂੰ, ਵਿਸ਼ਵ ਧਰਮਾਂ ਦੇ ਆਗੂਆਂ ਨੂੰ ਔਰ ਜਿਹੜੇ ਸਾਰੇ ਇਸ ਲਈ ਸਰਗਰਮ ਸੰਘਰਸ਼ੀ ਲੋਕ ਨੇ ਉਹਨਾਂ ਨੂੰ ਅਸੀਂ ਪ੍ਰੇਰਨਾ ਦਿੱਤੀ, ਅਪੀਲ ਕੀਤੀ ਹੈ ਕਿ ਇਸ ਕਿਤਾਬ 'ਚ ਦਿੱਤੇ ਹੋਏ ਜੋ ਕੁਦਰਤ ਅਨੁਸਾਰ, ਜੋ ਗੁਰੂ ਗ੍ਰੰਥ ਸਾਹਿਬ ਦੀ ਸੋਚ ਅਨੁਸਾਰ, ਸਿਧਾਂਤ ਅਨੁਸਾਰ, ਫਿਲਾਸਫੀ ਅਨੁਸਾਰ ਜੋ ਇੱਕ ਮਾਡਲ ਬਣਦੇ ਨੇ, ਜੋ ਕਰਤਾਰਪੁਰੀ ਮਾਡਲ ਦਾ ਇਹ ਐਕਸਟੈਂਸ਼ਨ ਇੱਕ ਤਰ੍ਹਾਂ ਜੋ 2019 ਦੇ ਵਿੱਚ ਸਿੰਘ ਸਾਹਿਬ ਹਰਦੀਪ ਸਿੰਘ ਨੇ ਜੋ ਕਾਲ ਦਿੱਤੀ ਸੀ ਕਿ ਸਿੱਖ ਵਿਦਵਾਨ ਜਿਹੜੇ ਨੇ ਉਹ ਦੋ ਗੱਲਾਂ ਕਰਨ, ਇੱਕ ਖਾਲਸਾ ਨੀਤੀ ਸ਼ਾਸਤਰ ਬਣਾਉਣ ਔਰ ਦੂਸਰਾ ਇੱਕ ਐਸਾ ਫਲਸਫਾ ਦੇਣ ਜਿਹੜਾ ਕਿ ਕਮਿਊਨਿਜ਼ਮ, ਸੋਸ਼ਲਿਜ਼ਮ ਔਰ ਪੂੰਜੀਵਾਦ ਦਾ ਸਾਹ ਲੈ ਸਕੇ। ਉਸ ਵਿਚਾਰ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਪਿਛਲੇ ਗ੍ਰੰਥ ਸਾਹਿਬ ਦੇ ਵਿੱਚ ਖਾਲਸਾ ਨੀਤੀ ਸ਼ਾਸਤਰ ਔਰ ਆਲਟਰਨੇਟਿਵ ਗਲੋਬਲ ਆਰਡਰ ਦੀ ਕਿਤਾਬਾਂ ਦੋ ਅਸੀਂ ਪੰਜ ਕਰ ਚੁੱਕੇ ਹਾਂ। ਅੱਜ ਅਸੀਂ ਜਦੋਂ ਕਿਤਾਬ ਦਿੱਤੀ ਹੈ, ਇਹ ਕਿਤਾਬ ਜਿਹੜੀ ਹੈ ਦੁਨੀਆ ਦੇ ਵੱਖ-ਵੱਖ ਹਿੱਸਿਆਂ ਜਾ ਰਹੀ ਹੈ, ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ, ਵੱਖ-ਵੱਖ ਅਦਾਰਿਆਂ ਦੇ ਵਿੱਚ ਔਰ ਵੱਖ-ਵੱਖ ਸ਼ਕਤੀਆਂ ਨੂੰ ਭੇਜੀ ਹੈ ਤਾਂ ਜੋ ਅਸੀਂ ਇਸ ਬਾਰੇ ਇੱਕ ਵਿਸ਼ਵ ਪੱਧਰ ਡਿਬੇਟ ਚਲਾ ਸਕੀਏ। ਜੋ ਇਸ ਦੇ ਵਿੱਚ ਬਦਲਵਾਂ ਮਾਡਲ ਦਿੱਤਾ, ਜਿਵੇਂ ਕਿ ਪ੍ਰੋਫੈਸਰ ਸਾਹਿਬ ਨੇ ਕਿਹਾ, ਸਰਦਾਰ ਸਿੰਘ ਜੀ ਨੇ, ਕਿ ਜੋ ਸਪੇਸ ਬਣ ਰਹੀ ਹੈ, ਜੋ ਇਸ ਵੇਲੇ ਦੂਜੇ ਸਿਧਾਂਤ ਸਮਾਜਿਕ ਪ੍ਰਬੰਧ ਫੇਲ ਹੋ ਰਹੇ ਨੇ, ਜੋ ਸਪੇਸ ਬਣੀ ਹੈ, ਇਹ ਕਿਤਾਬ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਆਧਾਰ 'ਤੇ ਸਿਰਜੀ ਗਈ। ਆਲਟਰਨੇਟਿਵ ਜੋ ਸਟੇਟ ਹੈ ਉਹ ਕਿਹੋ ਜਿਹੀ ਹੋਏਗੀ, ਆਲਟਰਨੇਟ ਸਟੇਟ ਆਰਡਰ ਜਿਹੜਾ ਪੱਛਮ ਦੀ ਮੋਨੋਪੋਲੀ ਹੈ ਉਸ ਨੂੰ ਇਹ ਕਿਤਾਬ ਤੋੜਦੀ ਹੈ ਔਰ ਇਸ ਮਿੱਥ ਨੂੰ ਤੋੜਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਆਧਾਰ 'ਤੇ ਜੋ ਸਮਾਜਿਕ ਪ੍ਰਬੰਧ ਸਿਰਜਿਆ ਗਿਆ ਉਹ ਸਿਰਜਿਆ ਜਾ ਸਕਦਾ ਹੈ, ਦੂਜੇ ਨੂੰ ਦਿਸ਼ਾ ਦਾ ਦੇ ਸਕਦੀ ਹੈ। ਔਰ ਅਸੀਂ ਪੱਛਮ ਸਭਿਅਤਾ ਦੇ ਖਿਲਾਫ ਨਹੀਂ, ਸਾਰਿਆਂ ਦੀ ਹਾਰਮੋਨੀ 'ਚ ਇਹ ਜਿਹੜੀ ਆਲਟਰਨੇਟਿਵ ਸਟੇਟ ਜਿਹੜੀ ਸਟੇਟ ਦਿੱਤੀ ਹੈ ਮਾਡਲ ਪੱਛਮ ਦਿੱਤੇ ਨੇ, ਅਸੀਂ ਉਹਨੂੰ ਰਿਜੈਕਟ ਕਰਦੇ ਅਤੇ ਉਹ ਇਸ ਵੇਲੇ ਦੁਨੀਆ ਨੂੰ ਇੱਕ ਨਹੀਂ ਕਰ ਸਕਦੇ। ਆਲਟਰਨੇਟਿਵ ਗੁਰੂ ਗ੍ਰੰਥ ਸਾਹਿਬ ਦੇ ਆਧਾਰ 'ਤੇ ਜਿਹੜੀ ਆਲਟਰਨੇਟਿਵ ਸਟੇਟ ਹੈ ਉਹ ਹੀ ਦੁਨੀਆ ਨੂੰ ਇੱਕ ਕਰ ਸਕਦੀ ਹੈ, ਹਾਰਮੋਨੀ ਲਿਆ ਸਕਦੀ ਹੈ, ਵਿਸ਼ਵ ਸ਼ਾਂਤੀ ਲਿਆ ਸਕਦੀ ਹੈ, ਸਿਰਜਣਾਤਮਕਤਾ ਲਿਆ ਸਕਦੀ ਹੈ ਔਰ ਨਾ ਕੇਵਲ ਪੰਜਾਬ ਸਗੋਂ ਭਾਰਤ ਦੇ ਲੋਕਾਂ ਨੂੰ, ਜੋ ਭਾਰਤ ਨਰਿੰਦਰ ਮੋਦੀ ਜੀ ਹਿੰਦੂਤਵ ਕਹਿੰਦੇ ਨੇ ਕਿ ਵਿਸ਼ਵ ਗੁਰੂ ਬਣੇਗਾ ਭਾਰਤ, ਔਰ ਨਾਲ ਇਹ ਵੀ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਆਧਾਰ 'ਤੇ ਸਾਡੇ ਕੋਲ ਹੈ। ਉਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਸਾਡੀ ਪਲਾਂਘ ਹੈ ਕਿ ਅਸੀਂ ਦੁਨੀਆ ਨੂੰ ਦੇ ਨਾਲ ਭਾਰਤ ਨੂੰ ਵੀ ਦਿਸ਼ਾ ਦੇਣ ਦਾ ਯਤਨ ਕਰ ਰਹੇ ਹਾਂ ਇਸ ਕਿਤਾਬ ਰਾਹੀਂ ਕਿ ਜੇਕਰ ਵਿਸ਼ਵ ਗੁਰੂ ਬਣਨਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨੂੰ ਅਡਾਪਟ ਕਰਨਾ ਪਏਗਾ। ਔਰ ਇਹ ਜੋ ਕਿਤਾਬ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇ ਆਧਾਰ 'ਤੇ ਅਸੀਂ ਦਿੱਤੀ ਹੈ, ਇਸ ਬਾਰੇ ਵਿਚਾਰ ਕੀਤੀ ਜਾਣੀ ਚਾਹੀਦੀ। ਜਿਹੜੀ ਬੁੱਕ ਤੁਸੀਂ ਲਿਖੀ ਹੈ, ਹਾਂਜੀ, ਤੁਸੀਂ ਇਕੱਲੇ ਨੇ ਲਿਖੀ ਜਾਂ ਕਿਸੇ ਦਾ ਸਾਥ ਨਾਲ? ਜੀ ਮੈਂ ਇਕੱਲੇ ਲਿਖੀ ਜੀ। ਜਿਹੜੀ ਰਸ਼ੀਆ ਯੂਕਰੇਨ ਜਾਂਦੀ ਉਹਨੂੰ ਕਿਸ ਤਰ੍ਹਾਂ ਲੈਣੀ? ਕਿਹੜੀਆਂ ਭਾਸ਼ਾਵਾਂ 'ਚ ਇਹ ਇੰਗਲਿਸ਼ ਲਿਖੀ ਹੈ ਜੀ। ਇਸ ਦਾ ਪਹਿਲੀ ਕਿਤਾਬ ਸਮਾਧੀ ਵਿਸ਼ਵ ਆਰਡਰ ਆਇਆ ਉਹ ਪੰਜਾਬੀ 'ਚ ਹੈ ਔਰ ਉਸ ਦਾ ਤਕਰੀਬਨ ਹੋਰ ਐਡ ਕਰਕੇ ਅਪਡੇਟ ਕਰਕੇ ਅਸੀਂ ਨੂੰ ਇੰਗਲਿਸ਼ ਲੈਂਦਾ ਹੈ ਔਰ 6 ਮਹੀਨੇ ਦੇ ਵਿੱਚ ਅਸੀਂ ਕਿਤਾਬ ਲਿਖੀ ਹੈ ਔਰ 6 ਮਹੀਨੇ 'ਚ ਪਹੁੰਚ ਗਈ। ਇਹਦੇ ਵਿਦਨ ਈਅਰ ਅਸੀਂ ਮਾਨ ਕਿਤਾਬ ਨਹੀਂ, ਪਹਿਲੇ ਕਾਲ ਤਖਤ ਰਿਲੀਜ਼ ਹੋਈ ਹੈ, ਅੱਜ ਵਿਦਵਾਨਾਂ ਨੇ ਰਿਲੀਜ਼ ਕੀਤੀ ਹੈ। ਠੀਕ ਹੈ। ਮੁੱਖ ਜਿਹੜੀਆਂ ਹੈਗੀਆਂ ਜਿਹੜੀਆਂ ਮੁੱਖ ਇਹ ਹੈ ਕਿ ਜਿਹੜੇ ਅਸਲ ਦੁਨੀਆ ਦੇ ਚੈਲੰਜਸ ਨੇ ਉਹ ਕੀ ਨੇ,
ਅਸਲ ਇਸ਼ੂਜ਼ ਕੀ ਨੇ ਔਰ ਦੁਨੀਆ ਨੂੰ ਮਤਲਬ ਨੇਚਰ ਅਨੁਸਾਰ ਜੀਣ ਵਾਸਤੇ ਕੀ ਕਰਨਾ ਚਾਹੀਦਾ ਹੈ ਔਰ ਵਿਸਮਾਦੀ ਮੈਨੀਫੈਸਟੋ ਹੈ ਇਹਦੇ ਵਿੱਚ ਐਜੂਕੇਸ਼ਨਲ ਮਾਡਲ ਹੈ ਐਗਰੀਕਲਚਰ ਮਾਡਲ ਹੈ ਅਰਥਚਾਰਾ ਹੈ ਵਿਸਮਾਦੀ ਕੈਪੀਟਲ ਹੈ ਔਰ ਜਿਹੜੀ ਆਰਥਿਕ ਤੋਂ ਬਾਅਦ ਸਟੇਟ ਹੈ ਕਿ ਵੈਲਫੇਅਰ ਸਟੇਟ ਤੋਂ ਕ੍ਰੀਏਟਿਵ ਸਟੇਟ ਵੱਲ ਕਿਵੇਂ ਵਧਿਆ ਜਾ ਸਕਦਾ ਉਹ ਹੈ ਅਤੇ ਗਲੋਬਲ ਆਰਡਰ ਜਿਹੜਾ ਨਿਊ ਵਰਲਡ ਆਰਡਰ ਹਰ ਸਮੇਂ ਪੱਛਮ ਦਿੰਦਾ ਹੈ ਉਸ ਦੇ ਮਿਥ ਨੂੰ ਤੋੜ ਕੇ ਅਸੀਂ ਇੱਕ ਵਿਸਮਾਦੀ ਗਲੋਬਲ ਆਰਡਰ ਜਿਹੜਾ ਉਹ ਜੀਣ ਦਾ ਯਤਨ ਕੀਤਾ ਤਾਂ ਕਿ ਅਸੀਂ ਜਿਹੜਾ UN ਨੂੰ ਵੀ ਚੈਲੰਜ ਕੀਤਾ ਕਿ UN ਥਾਂ 'ਤੇ ਯੂਨੀਵਰਸਲ ਕਨਫੈਡਰੇਸ਼ਨ ਜਥਾ ਸੰਸਥਾ ਬਣਾਈ ਜਾਵੇ ਤਾਂ ਕਿ ਅਸੀਂ ਸਾਰੀਆਂ ਕਲਚਰ ਨੂੰ ਜਿਵੇਂ ਡਾਕਟਰ ਨੇ ਕਿਹਾ ਹੈ ਕਿ ਕਲਚਰ ਬੇਸਡ ਜਿਹੜੀ ਆਰਗੇਨਾਈਜੇਸ਼ਨ ਹੈ ਉਸ ਨੂੰ ਸਾਰੇ ਲੈ ਕੇ ਕਿਉਂਕਿ ਨੇਸ਼ਨ ਸਟੇਟ ਹੈ जो नेशन स्टेट मॉडल ਜਿਹੜਾ ਟੁੱਟ ਰਿਹਾ ਤਾਂ ਕਲਚਰ ਸਟੇਟ ਮॉडल ਜਿਹੜਾ ਹੈ ਉਹ ਦੁਨੀਆ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਰੇ ਜਿਹੜੇ ਕੌਮ ਨੇ ਕਲਚਰ ਨੇ ਔਰ ਉਹ ਵਿਸ਼ਵ ਦੇ ਫੇਰ ਹਿੱਸਾ ਲੈ ਸਕਣ ਉਹ ਨਵਾਂ ਵਿਸ਼ਵ ਸਿਰਜਿਆ ਇਹ ਜਿਹੜੀ ਕਿਤਾਬ ਪੰਜਾਬ ਇਹਦਾ ਆਧਾਰ ਬਣਦਾ ਇਹ ਜਿਹੜੀ ਵਰਲਡ ਦੇ ਵਿੱਚ ਚੱਲ ਰਹੀ ਹੈ ਜਦ ਤੁਸੀਂ ਦੇਖਦੇ ਹੋ ਆਪਣੇ ਜਿਹੜੇ ਬਾਹਰਲੇ ਦੂਸਰੇ ਕੰਟਰੀ ਉਹ ਇਸ ਕਿਤਾਬ ਨੂੰ ਕਿਸ ਨਜ਼ਰ ਨਾਲ ਦੇਖੋ ਅਜੇ ਕਿਤਾਬਾਂ ਗਈਆਂ ਨੇ ਸਾਨੂੰ ਉਹਨਾਂ ਦੀ ਜਿਹੜੀ ਹੈ ਆ ਗਈ ਹੈ ਅਸੀਂ ਕਿਤਾਬ ਨੋਬਲ ਪ੍ਰਾਈਜ਼ ਵਾਸਤੇ ਦਿੱਤੀ ਹੈ ਤਾਂ ਕਿ ਨੋਬਲ ਪ੍ਰਾਈਜ਼ ਔਰ ਬੁਕਰ ਪ੍ਰਾਈਜ਼ ਜਿਹੜੇ ਉਹ ਇਹਨਾਂ ਜਾ ਕੇ ਸਟੱਡੀ ਕਰਨ ਔਰ ਉਹ ਉਹਨਾਂ ਕੋਲ ਦੇਖੋ ਉਹਨਾਂ ਕੋਲ ਹੋਰ ਆਲਟਰਨੇਟਿਵ ਕੋਈ ਨਹੀਂ ਆਲਟਰਨੇਟਿਵ ਅਸੀਂ ਵਿਸ਼ਵ ਨੂੰ ਦੇ ਰਹੇ ਹਾਂ ਇਸ ਕਿਤਾਬ ਰਾਹੀਂ ਔਰ ਉਹਦੇ ਡਿਸਕਸ ਕਰਨ ਸਟੱਡੀਜ਼ ਕਰਨ ਯੂਨੀਵਰਸਿਟੀ ਦਿੱਤੀਆਂ ਅਸੀਂ ਵਿਦਵਾਨਾਂ ਦਿੱਤੀਆਂ ਨੇ ਸਮਾਂ ਦੇਖੋ ਕਿਵੇਂ ਕਰਦਾ ਕੋਈ ਇਸਦਾ ਕਮੀ ਨਾ ਹੋਇਆ ਆਉਣ ਵਾਲੇ ਸਮੇਂ 'ਚ ਨਵੇਂ ਮਾਡਲ ਨਿਕਲ ਗਏ ਔਰ ਨਵੀਂ ਜਿਹੜੀ ਹੈ ਇੱਕ ਤਰ੍ਹਾਂ ਦੀ ਨਵੀਂ ਦੁਨੀਆ ਉਹ ਸੱਜੀ ਜਾ ਸਕੇਗੀ ਜਿਸ ਤਰ੍ਹਾਂ ਜੀ ਇਸ ਕਿਤਾਬ ਦੇ ਅੱਜ ਤੁਸੀਂ ਇਹਨਾਂ ਨੂੰ ਜਾਰੀ ਕੀਤਾ ਕਿਤਾਬ ਨੂੰ ਕਿ ਪੱਛਮ ਦਾ ਜਿਹੜਾ ਪ੍ਰਭਾਵ ਹੈ ਪੂਰਬ ਦੇ ਉੱਤੇ ਬਹੁਤ ਪੈ ਰਿਹਾ ਹੈ ਕਿ ਇਸ ਕਿਤਾਬ ਦੇ ਨਾਲ ਜਿਹੜਾ ਪ੍ਰਭਾਵ ਪੈ ਰਿਹਾ ਪੱਛਮ ਦਾ ਉਹ ਘਟੇਗਾ ਲੋਕਾਂ ਦੇ ਵਿੱਚ ਬਿਲਕੁਲ ਘਟੇਗਾ ਜੀ ਕਿਉਂਕਿ ਅਸੀਂ ਕਿਹਾ ਕਿ ਪੂਰਬੀ ਦ੍ਰਿਸ਼ਟੀਕੋਣ ਜਿਹੜਾ ਉੱਭਰਨਾ ਚਾਹੀਦਾ ਪੂਰਬੀ ਵਿਜ਼ਨ ਆਉਣਾ ਚਾਹੀਦਾ ਕਿ ਜਿਸ 'ਚ ਪੰਜਾਬ ਭਾਰਤ ਚੀਨ ਰਸ਼ੀਆ ਔਰ ਜਿਹੜੀਆਂ ਹੋਰ ਨਾਲ ਦੁਨੀਆ ਵਿੱਚ ਕੌਮਾਂ ਨੇ ਦੇਸ਼ ਨੇ ਔਰ ਕਿਸ ਢੰਗ ਦੇ ਨਾਲ ਇਕੱਠੇ ਹੋ ਕੇ ਵੈਸਟ ਦੀ ਮੋਨੋਪੋਲੀ ਨੂੰ ਤੋੜ ਕੇ ਈਸਟ ਜਿਹੜਾ ਕਿਵੇਂ ਦੁਨੀਆ ਨੂੰ ਪ੍ਰਭਾਵਿਤ ਕਰ ਸਕਦਾ ਇਹ ਕਿਤਾਬ ਜਿਹੜੀ ਉਹ ਜਿਸ ਤਰ੍ਹਾਂ ਜੀ ਕੁਦਰਤ ਦੇ ਜਦੋਂ ਕੁਦਰਤ ਦੇ ਵਿੱਚ ਕੋਈ ਉਤਰਾਅ ਚੜ੍ਹਾਅ ਆਉਂਦਾ ਆ ਤੇ ਇਹ ਜ਼ਰੂਰੀ ਗੱਲ ਹੈ ਕਿ ਕੁਛ ਨਾ ਕੁਛ ਆਰਥਿਕ ਤੌਰ ਦੇ ਉੱਤੇ ਜਾਂ ਰਾਜਨੀਤਿਕ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਬੜੀ ਜ਼ਿਆਦਾ ਸੱਟ ਵੱਜਦੀ ਹੈ ਜਦੋਂ ਕੁਦਰਤ ਦੇ ਵਿੱਚ ਕੋਈ ਉਤਰਾਅ ਚੜ੍ਹਾਅ ਆਉਂਦਾ ਸੋ ਜਿਹੜਾ ਅੱਜ ਦੀ ਡੇਟ ਦੇ ਵਿੱਚ ਅਸੀਂ ਏਸ਼ੀਆ ਦੇ ਵਿੱਚ ਬੈਠੇ ਹਾਂ ਏਸ਼ੀਆ ਖਿੱਤੇ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈ ਖੇਤੀਬਾੜੀ ਕੀਤੀ ਜਾਂਦੀ ਹੈ ਤੇ ਉਹਨੂੰ ਪ੍ਰਫੁੱਲਤ ਕਰਨ ਵਾਸਤੇ ਉਹਦੇ ਨਾਲ ਜਿਹਦੇ ਨਾਲ ਕਿ ਸਾਡੇ ਏਸ਼ੀਆ ਖਿੱਤੇ ਦਾ ਜਿਹੜਾ ਆਰਥਿਕ ਪੱਧਰ ਹੈ ਉਹ ਉੱਚਾ ਹੋ ਸਕੇ ਉਹਦੇ ਬਾਰੇ 'ਚ ਕੁਛ ਕੀਤਾ ਗਿਆ ਵਿੱਚ ਦੇਖੋ ਉਸ ਲਈ ਜਿਸ ਤਰ੍ਹਾਂ ਹੈ ਜੀ ਕਿ ਜਦੋਂ ਅਸੀਂ ਇੱਕ ਨਵਾਂ ਵਿਜ਼ਨ ਦਿੱਤਾ ਐਗਰੀਕਲਚਰ ਵਿਜ਼ਨ ਦਿੱਤਾ ਹੈ ਨਵੀਂ ਆਰਥਿਕਤਾ ਦਾ ਵਿਜ਼ਨ ਦਿੱਤਾ ਹੈ ਸਮਾਜੀ ਵਿਜ਼ਨ ਦਿੱਤਾ ਹੈ ਤਾਂ ਉਸ ਨਾਲ ਨੇਚਰਲੀ ਇੱਕ ਨਵੇਂ ਟ੍ਰੈਂਡ ਸਥਾਪਿਤ ਹੋਣਗੇ ਜਿਹੜੇ ਪੁਰਾਣੇ ਟ੍ਰੈਂਡਸ ਨੇ ਉਹ ਆਫਟਰ ਸਮਾਂ ਲੰਘਾ ਚੁੱਕੇ ਨੇ ਥੱਕ ਚੁੱਕੇ ਨੇ ਅਸੀਂ ਇੱਕ ਨਵੀਂ ਤਾਜ਼ਗੀ ਦਿੱਤੀ ਹੈ ਇਡੀਓਲੋਜੀਕਲੀ ਔਰ ਪੋਲੀਟੀਕਲੀ ਉਸ ਤਾਜ਼ਗੀ ਦੇ ਵਿੱਚ ਨਵਾਂ ਈਸਟ ਉੱਭਰੇਗਾ ਅਤੇ ਨਵਾਂ ਵਰਲਡ ਵੀ ਉੱਭਰੇਗਾ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਏਸ਼ੀਆ ਖਿੱਤਾ ਆ ਉਹਦੇ ਵਿੱਚ ਪਾਕਿਸਤਾਨ ਦਾ ਤੇ ਭਾਰਤ ਦਾ ਬੜਾ ਰੋਲ ਰਿਹਾ ਆ ਕਿ ਇਹਦੇ ਨਾਲ ਪਾਕਿਸਤਾਨ ਦੇ ਵਿੱਚ ਤੇ ਭਾਰਤ ਦੇ ਵਿੱਚ ਸੰਬੰਧ ਜਿਹੜੇ ਆ ਅੱਗੇ ਵੱਧ ਸਕਦੇ ਵਧਣਗੇ ਜੀ ਦੇਖੋ ਅਸੀਂ ਤਾਂ ਦੇਖੋ ਇਸ ਨੂੰ ਇਸ ਤਰ੍ਹਾਂ ਕੀਤਾ ਜਿਹੜੀ ਸਾਰਕ ਆਈ ਹੈ ਜਾਂ ਹੋਰ ਜਿਹੜੇ ਬਲੋਕਸ ਬਣੇ ਨੇ ਇਹ ਸਾਰੇ ਬਲੋਕਸ ਨੂੰ ਇੱਕ ਵਾਰੀ ਭੰਗ ਕੀਤਾ ਜਾਵੇ ਨਾਟੋ ਨੂੰ ਵੀ ਭੰਗ ਕੀਤਾ ਜਾਵੇ ਬ੍ਰਿਕਸ ਨੂੰ ਭੰਗ ਕੀਤਾ ਜਾਵੇ ਸਾਰੇ ਜਿਹੜੀ ਆ ਈਵਨ ਇੰਟਰਨੈਸ਼ਨਲ ਮੋਨੀਟਰੀ ਫੰਡ ਨੂੰ ਔਰ ਵਰਲਡ ਬੈਂਕ ਨੂੰ ਭੰਗ ਕਰਕੇ ਨਵੀਆਂ ਸਥਿਤੀਆਂ ਦੇ ਅਨੁਸਾਰ ਨਵੀਆਂ ਲੋੜਾਂ ਅਨੁਸਾਰ ਜਿਵੇਂ ਨੀਡ ਬੇਸਡ ਫਿਲਾਸਫੀ ਦਿੱਤੀ ਹੈ ਸੀ ਉਸ ਅਨੁਸਾਰ ਜਦੋਂ ਇਹ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਇਸ ਵੇਲੇ ਦੇਖੋ ਪ੍ਰੋਬਲਮ ਕੀ ਹੈ ਕਿ ਵੈਸਟ ਜਿਹੜਾ ਆਰਗੇਨਾਈਜ਼ਡ ਹੈ ਸਾਰੀ ਦੁਨੀਆ ਨੂੰ ਵਰਤ ਰਿਹਾ ਹੈ ਈਸਟ ਦੇ ਕੋਲ ਕੋਈ ਵਿਜ਼ਨ ਨਹੀਂ ਹੈ ਉਹ ਇਹ ਕਿਤਾਬ ਹੈ ਇਹ ਈਸਟਰਨ ਵਿਜ਼ਨ ਨੂੰ ਉਭਾਰਦੀ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਦੁਨੀਆ ਤੇ ਪਾਪੂਲਰ ਕਰਨ ਵਾਸਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਕਿਤਾਬ ਦੇ ਜਾਰੀ ਹੋਣ ਦੇ ਨਾਲ ਜਿਹੜਾ UN ਆ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਉੱਤੇ ਅਸਰ ਪਊਗਾ ਅਸੀਂ ਇਹ ਕਿਹਾ ਹੈ ਕਿ ਜੇ ਕੋਈ ਥਰਡ ਵਰਲਡ ਪਹਿਲੀ ਫਸਟ ਵਾਰ ਲੀਗ ਆਫ ਨੇਸ਼ਨ ਨਿਕਲੀ ਦੂਸਰੀ ਵਰਲਡ ਵਾਰ ਦੇ ਵਿੱਚ UN ਨਿਕਲਿਆ ਕਿ ਤੀਸਰੀ ਵਰਲਡ ਵਾਰ ਅਸੀਂ ਵੇਟ ਕਰਾਂਗੇ ਕਿਉਂਕਿ ਜਦੋਂ ਕਿ UN ਇਨਫੈਕਟਿਵ ਬਣ ਗਿਆ ਔਰ ਅਨਰਿਲਾਇਬਲ ਹੋ ਗਿਆ ਤਾਂ UN ਜਿਹੜੀ ਹੈ ਉਸ ਨੂੰ ਭੰਗ ਕਰਕੇ ਇੱਕ ਯੂਨੀਵਰਸਲ ਕਨਫੈਡਰੇਸ਼ਨ ਬਣਾਉਣੀ ਚਾਹੀਦੀ ਹੈ ਤਾਂ ਕਿ ਕਲਚਰ ਬੇਸਡ ਲੈਟ ਇਟ ਵੀ 500 ਕਲਚਰ ਬੈਠਣ ਉੱਥੇ ਸਾਰੇ ਵਰਲਡ ਦੇ ਫੇਜ਼ ਨੂੰ ਡਿਸਕਸ ਕਰਨ ਉਹ ਹਿੱਸਾ ਦਾ ਇਹ ਜਿਹੜੀ ਸਾਰੀ ਮੋਨੋਪੋਲੀ ਹੈ ਵੈਸਟ ਦੀ ਇਹ ਕਿਤਾਬ ਤੋੜ ਦਿਓ ਧੰਨਵਾਦ ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਇੱਥੇ ਵਿਚਾਰ ਗੋਸ਼ਟੀ ਕੀਤੀ ਗਈ ਆ ਉਸ ਗੋਸ਼ਟੀ ਦੇ ਵਿੱਚ ਇਹ ਗੱਲ ਬੜੇ ਸੁਚੱਜੇ ਰੂਪ ਦੇ ਵਿੱਚ ਉੱਭਰ ਕੇ ਜਿਹੜੀ ਆ ਉਹ ਆਈ ਆ
ਕਿ ਜਿਹੜੀ ਇਹ ਕਿਤਾਬ ਇੱਥੋਂ ਜਾਰੀ ਕੀਤੀ ਗਈ ਆ, ਉਹ ਕਿਤਾਬ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਏਸ਼ੀਆ ਖਿੱਤੇ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਇੱਕ ਨਵਾਂ ਇਨਕਲਾਬ ਲੈ ਕੇ ਆਏਗੀ। ਸੋ ਹੁਣ ਇਹ ਵੇਖਣਾ ਆ ਕਿ ਇਹ ਕਿਤਾਬ ਜਿਹੜੀ ਆ ਪੂਰੇ ਦੁਨੀਆ ਦੇ ਵਿੱਚ, ਵਿਸ਼ਵ ਦੇ ਵਿੱਚ ਕਿਸ ਤਰ੍ਹਾਂ ਦਾ ਇਨਕਲਾਬ ਲੈ ਕੇ ਆਉਂਦੀ ਆ। ਤੇ ਐਂ ਲੱਗ ਰਿਹਾ ਕਿ ਜਿਸ ਤਰ੍ਹਾਂ ਇਹ UNO ਦੇ ਅੰਗੇਂਸਟ ਜਾ ਕੇ ਇਹ ਕਿਤਾਬ ਆਪਣਾ ਕੰਮ। ਦੋਸਤੋ, ਅਕਾਲ ਖਾਲਸਾ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸੁਰਿੰਦਰਪਾਲ ਸਿੰਘ ਤਾਲਪੁਰਾ ਅਕਾਲ ਖਾਲਸਾ ਨਿਊਜ਼ ਤੋਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਜੁੜ ਚੁੱਕੇ ਨੇ ਸਿੱਖ ਆਗੂ ਸਰਦਾਰ ਪਰਮਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਸਰ, ਜਿੱਥੇ ਤੁਸੀਂ ਅੱਜ ਪੰਥਕ ਵਿਚਾਰਾਂ ਜਿਹੜੀਆਂ ਆ ਵਿਚਾਰ ਗੋਸ਼ਟੀ ਇੱਥੇ ਜਲੰਧਰ ਦੇ ਵਿੱਚ ਹੋਈ ਆ ਕਿ ਬਦਲਵੇਂ ਰਾਜ ਅਤੇ ਨਿਜ਼ਾਮ ਨੂੰ ਲੈ ਕੇ ਕਿ ਉਹਦੇ ਵਿੱਚ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਿਸਟਮ ਨੂੰ ਅਸੀਂ ਕਿਸ ਤਰ੍ਹਾਂ ਚੇਂਜ ਕਰ ਸਕਦੇ ਹਾਂ। ਸੋ ਇਹਦੇ ਉੱਤੇ ਪਹਿਲਾਂ ਚਾਨਣਾ ਪਾਓ ਕਿ ਜਿਹੜੀ ਅੱਜ ਇੱਥੇ ਕਿਤਾਬ ਜਿਹੜੀ ਆ ਇਹ ਜਾਰੀ ਕੀਤੀ ਗਈ ਆ, ਉਹਦੇ ਨਾਲ ਕੀ ਪੂਰੇ ਵਿਸ਼ਵ ਦੇ ਵਿੱਚ ਕੋਈ ਬਦਲਾਅ ਆ ਸਕਦਾ? ਦੇਖੋ ਵੀ ਜੀ, ਗੱਲ ਇੱਦਾਂ ਵੀ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਬਾਣੀ ਦੇ ਰਾਹੀਂ ਸੁਪਨਾ ਜੀ, ਬ੍ਰਹਮੰਡੀ ਸਿਧਾਂਤ ਹੈ ਤੇ ਵਿਸ਼ਵ ਭਾਈਚਾਰਕ ਸਾਂਝ ਦਾ ਇੱਕ ਸੰਦੇਸ਼ ਹੈ ਗੁਰੂ ਨਾਨਕ ਸਾਹਿਬ ਦੀ ਡੋਲੀ ਦੇ ਵਿੱਚ। ਤੇ ਹਰਸਿਮਰਨ ਸਿੰਘ ਜੀ ਹੋਰਾਂ ਦੀ ਜਿਹੜੀ ਕਿਤਾਬ ਆ, ਮੈਨੂੰ ਲੱਗਦਾ ਇਹ ਉਹਦਾ ਇੱਕ ਅਨੁਵਾਦ ਕਹਿ ਲਓ ਜਾਂ ਉਹਦੀ ਇੰਟਰਪ੍ਰੀਟੇਸ਼ਨ ਹੈ, ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਜਿਹੜੀ ਆਈਡੀਓਲੋਜੀ ਦਿੱਤੀ ਹੈ, ਗੁਰੂ ਸਾਹਿਬਾਨ ਨੇ ਸਾਨੂੰ ਜਿਹੜਾ ਕਨਸੈਪਟ ਦਿੱਤਾ ਉਹ ਯੂਨੀਵਰਸਲ ਹੈ। ਮਾਤਾ ਤਰਤ ਮਹੱਤ ਦਾ ਸਾਡਾ ਸਿਧਾਂਤ ਹੈ। ਸੋ ਹੋਇਆ ਕਿ ਜਦੋਂ ਅਸੀਂ ਐਜ਼ ਏ ਕੌਮ ਇਹਨੂੰ ਅਡੋਪਟ ਕੀਤਾ, ਐਜ਼ ਏ ਧਰਮ ਅਡੋਪਟ ਕੀਤਾ, ਤੇ ਅਸੀਂ ਉੱਥੇ ਹੀ ਖੜ ਗਏ ਆ ਕੇ ਜਿੱਥੇ ਮੁਸਲਮਾਨ ਇੱਕ ਧਰਮ ਹੈ, ਜਿੱਥੇ ਹਿੰਦੂ ਇੱਕ ਧਰਮ ਹੈ। ਪਰ ਗੁਰੂ ਨਾਨਕ ਸਾਹਿਬ ਦਾ ਜਿਹੜੀ ਆਈਡੀਓਲੋਜੀ ਹੈ, ਜਿਹੜੀ ਫਿਲਾਸਫੀ ਹੈ, ਜਿਹੜੀ ਹਿਸਟਰੀ ਹੈ, ਹਿਸਟਰੀ ਮੈਂ ਤਾਂ ਕਹਿਣਾ ਚਾਹੁੰਦਾ ਕਿਉਂਕਿ ਬੜਾ ਵੱਡਾ ਪ੍ਰਮਾਣ ਇਸ ਗੱਲ ਦਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੱਖਰੇ ਵੱਖਰੇ ਨਗਰ ਵਸਾਏ। ਕਰਤਾਰਪੁਰ ਨਗਰ ਵਸਾ ਕੇ ਇੱਕ ਰੋਲ ਮਾਡਲ ਜਿਹੜਾ ਪਿੰਡ ਬਣਾ ਕੇ ਦਿੱਤਾ। ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਗੁਰੂ ਨਾਨਕ ਸਾਹਿਬ ਨੇ ਰੋਲ ਮਾਡਲ ਪਿੰਡ ਬਣਾ ਕੇ ਸਾਨੂੰ ਕਰਤਾਰਪੁਰ ਦੇ ਰੂਪ 'ਚ ਦੇ ਕੇ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਪੂਰੀ ਕੌਮ ਦੀ ਲਾਈ ਵੀ ਹੁਣ ਪੂਰੇ ਵਿਸ਼ਵ ਦੇ ਵਿੱਚ ਇਸ ਵਿਚਾਰਧਾਰਾ ਨੂੰ, ਜਿਹਦੇ 'ਚ ਸੰਗਤ ਹੋਵੇ, ਬਰਾਬਰਤਾ, ਪੰਗਤ ਹੋਵੇ, ਜਿਹਦੇ ਵਿੱਚ ਕਿਸੇ ਕਿਸਮ ਦਾ ਕੋਈ ਰੰਗ ਭੇਦ, ਨਸਲ ਦਾ ਫਰਕ ਨਾ ਹੋਵੇ, ਕਿਸੇ ਜਾਤੀ ਫਰਕ ਨਾ ਹੋਵੇ, ਕਿਸੇ ਲਿੰਗੀ ਫਰਕ ਨਾ ਹੋਵੇ, ਔਰ ਹਰ ਕੋਈ ਬੰਦਾ ਕਿਰਤੀ ਹੋਵੇ, ਨਾਮ ਜਪਣ ਵਾਲਾ ਹੋਵੇ, ਵੰਡ ਕੇ ਛਕਣ ਵਾਲਾ ਹੋਵੇ। ਉਹ ਜਿਹੜਾ ਕਰਤਾਰਪੁਰੀ ਮਾਡਲ ਆ, ਉਹ ਸਿੱਖਾਂ ਦੀ, ਸਾਡੀ ਕੌਮ ਦੀ ਜ਼ਿੰਮੇਵਾਰੀ ਲਾਈ ਕਿ ਤੁਸੀਂ ਪੂਰੀ ਦੁਨੀਆ ਵਿੱਚ ਲੈ ਕੇ ਜਾਣਾ। ਪਰ ਅਫਸੋਸ ਕਿ ਉਹਦਾ ਦਾਇਰਾ ਬੜਾ ਛੋਟਾ ਰਹਿ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਦਾਇਰਾ ਕੇਵਲ ਰਾਜਪੁਰੇ ਤੱਕ ਸੀਮਤ ਰਹਿ ਗਿਆ। ਅਸੀਂ ਆਪਣੇ ਕਨਸੈਪਟ ਨਾਲੋਂ ਭੁੱਲ ਗਏ ਔਰ ਜਿਹੜਾ ਗੁਰੂ ਨਾਨਕ ਦਾ ਯੂਨੀਵਰਸਲ ਮੈਸੇਜ ਸੀਗਾ ਉਹਦੇ ਨਾਲੋਂ ਟੁੱਟ ਗਏ, ਜਿਹਦੀ ਵਜ੍ਹਾ ਕਰਕੇ ਅੱਜ ਜਦੋਂ ਹਰਸਿਮਰਨ ਸਿੰਘ ਹੋਰੀ ਇਸ ਗੁਰੂ ਗ੍ਰੰਥ ਸਾਹਿਬ ਦੇ ਕਨਸੈਪਟ ਦੇ ਵਿੱਚੋਂ ਵਿਸ਼ਵੀ ਨਿਜ਼ਾਮ, ਪੂਰੀ ਦੁਨੀਆ ਦੇ ਜਿਹੜੇ ਫੇਲ ਹੋ ਚੁੱਕੇ ਮਾਡਲ ਨੇ ਉਹਨਾਂ ਨੂੰ ਚੈਲੰਜ ਕਰਨ ਦੀ ਗੱਲ ਕਰਦੇ, ਤੇ ਸਾਨੂੰ ਇੰਝ ਲੱਗਦਾ ਵੀ ਇਹ ਗੱਲ ਬਹੁਤ ਵੱਡੀ ਹੋ ਰਹੀ ਹੈ। ਏਡੀ ਵੱਡੀ ਗੱਲ ਕਿਵੇਂ ਹੋ ਸਕਦੀ? ਜਿਵੇਂ ਤੁਸੀਂ ਸਵਾਲ ਕੀਤਾ ਕਿ ਵਾਕਿਆ ਪੂਰੀ ਦੁਨੀਆ 'ਚ ਬਦਲਾਅ ਆ ਸਕਦਾ। ਪੂਰੀ ਦੁਨੀਆ 'ਚ ਬਦਲਾਅ ਗੁਰੂ ਗ੍ਰੰਥ ਸਾਹਿਬ, ਇਹ ਗੱਲ ਸਿਰਫ ਹਰਸਿਮਰਨ ਸਿੰਘ ਹੋਰਾਂ ਦੀ ਨਹੀਂ ਹੈ, ਇਹ ਗੱਲ ਗੁਰੂਆਂ ਨੇ ਸਾਡੀ ਬਾਣੀ ਦੇ ਵਿੱਚ, ਗੁਰੂ ਨਾਨਕ ਸਾਹਿਬ ਦਾ ਹੀ ਇਹ ਵਿਸ਼ਵ ਆਰਡਰ ਹੈ, ਇਹ ਜਿਹੜਾ ਉਹਨਾਂ ਨੇ ਲਿਖਿਆ ਆਲਟਰਨੇਟਿਵ ਸਟੇਟ ਐਂਡ ਗਲੋਬਲ ਆਰਡਰ, ਇਹ ਆਰਡਰ ਗੁਰੂ ਨਾਨਕ ਸਾਹਿਬ ਦਾ ਆਰਡਰ ਹੈ, ਜਿਹਦੇ ਵਿੱਚ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੈ ਔਰ ਨੇਚਰ ਬੇਸਡ ਹੈ, ਇਹ ਕੁਦਰਤ ਬੇਸਡ ਹੈ। ਸਾਰੀ ਬਾਣੀ ਦੇ ਵਿੱਚ ਤੁਸੀਂ ਦੇਖਿਆ ਵੀ ਕੁਦਰਤ ਦੇ ਰਾਹੀਂ ਪਾਤਸ਼ਾਹ ਨੇ ਸਾਨੂੰ ਸਿਧਾਂਤ, ਜ਼ਿੰਦਗੀ ਜਿਉਣ ਦਾ ਸਲੀਕਾ, ਸਮਾਜ ਸਿਰਜਣ ਦਾ ਸਲੀਕਾ ਗੁਰਬਾਣੀ ਦੇ ਰਾਹੀਂ ਸਾਨੂੰ ਕੁਦਰਤ ਦੇ ਮਾਇਨਿਆਂ ਦੇ ਵਿੱਚੋਂ ਦਿੱਤਾ। ਤੇ ਮੈਨੂੰ ਲੱਗਦਾ ਵੀ ਇਹ ਗੱਲ ਬਹੁਤ ਵੱਡੀ ਔਰ ਉੱਚੇ ਲੈਵਲ ਦੀ ਹੈ। ਪੂਰੀ ਦੁਨੀਆ ਦੇ ਵਿੱਚ ਜਿੱਥੇ ਵਿਚਾਰਵਾਨ ਇਨਸਾਨੀਅਤ ਦਾ ਰਾਜ ਚਾਹੁੰਦੇ ਹੋਣਗੇ, ਜਿੱਥੇ ਇਨਸਾਨੀਅਤ ਦੀ ਬਾਤ, ਕਿਸੇ ਵੀ ਕਿਸਮ ਦਾ ਲਿੰਗੀ ਜਾਂ ਕਿਸੇ ਵੀ ਕਿਸਮ ਦਾ ਧਾਰਮਿਕ ਵਖਰੇਵਾਂ ਨਹੀਂ ਚਾਹੁੰਦੇ, ਉੱਥੇ ਇਹ ਲੋਕੀ ਬਹੁਤ ਵੱਡੀ ਜਗ੍ਹਾ ਇਹਨਾਂ ਵਿਚਾਰਾਂ ਨੂੰ ਜ਼ਰੂਰ ਦੇਣਗੇ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਸੀਗਾ ਜਿਸ ਤਰ੍ਹਾਂ ਹੁਣ ਇੱਥੇ ਇਸ ਸਿਸਟਮ ਨੂੰ ਲੈ ਕੇ ਗੱਲਬਾਤ ਚੱਲੀ ਆ ਕਿ ਇਹਦੇ ਨਾਲ ਇੱਕ ਬਦਲਾਅ ਜਿਹੜਾ ਆ ਵੱਡੇ ਲੈਵਲ 'ਤੇ ਆ ਸਕਦਾ ਆ। ਅਸੀਂ ਏਸ਼ੀਆ ਖਿੱਤੇ ਦੀ ਵੀ ਗੱਲ ਕੀਤੀ ਆ, ਜਿੱਥੇ ਅਸੀਂ ਪੂਰਬ ਦਾ ਪ੍ਰਭਾਵ ਜਿਹੜਾ ਆ ਸਾਰੇ ਪੱਛਮ ਦੇ ਉੱਤੇ ਜਾਂ ਹੋਰਾਂ ਮੁਲਕਾਂ ਦੇ ਉੱਤੇ ਪੈ ਰਿਹਾ, ਉਹਦੇ ਉੱਤੇ ਵੀ ਜਿਹੜਾ ਆ ਉਹ ਚੇਂਜ ਹੋਊਗਾ। ਸੋ ਉੱਥੇ ਜਿੱਥੇ ਅੱਜ ਅਸੀਂ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਹਾਂ, ਸੋ ਜਿੱਥੇ ਸਿੱਖਾਂ ਨੇ ਬੜਾ ਲੰਮਾ ਸਮਾਂ ਆਪਣਾ ਰਾਜ ਕੀਤਾ,
ਬਾਬਾ ਬੰਦਾ ਬਹਾਦਰ ਤੋਂ ਲੈ ਕੇ ਤੇ ਮਹਾਰਾਜਾ ਰਣਜੀਤ ਸਿੰਘ ਤੱਕ ਦਾ ਜਿਹੜਾ ਰਾਜ ਹੋਇਆ ਹੈ, ਤੇ ਅੱਜ ਕੀ ਉਸ ਰਾਜ ਦੀ ਵੀ ਪ੍ਰਾਪਤੀ ਵਾਲੇ ਪਾਸੇ ਨੂੰ ਅਸੀਂ ਇਸ ਜਿਹੜੀ ਅੱਜ ਬਦਲਾਅ ਵਾਸਤੇ ਜਿਹੜੀ ਅੱਜ ਇਹਨਾਂ ਨੇ ਕਿਤਾਬ ਲਿਖੀ ਕਿ ਅਸੀਂ ਉਧਰ ਦੇ ਪਾਸੇ ਨੂੰ ਮੂਵ ਕਰ ਸਕਦੇ ਹਾਂ? ਦੇਖੋ ਇਹ ਬੜਾ ਸੋਹਣਾ ਤੁਸੀਂ ਸਵਾਲ ਕੀਤਾ, ਕਿਉਂਕਿ ਇਹ 'ਚ ਦੋ ਚੀਜ਼ਾਂ ਨੇ। ਜਦੋਂ ਗਲੋਬਲ ਆਰਡਰ ਦੀ ਗੱਲ ਹੋ ਰਹੀ ਹੈ, ਨਿਊ ਵਰਲਡ ਆਰਡਰ ਦੇ ਪਰਸਪੈਕਟਿਵ ਦੇ ਵਿੱਚ, ਤੇ ਮੈਨੂੰ ਲੱਗਦਾ ਵੀ ਤੁਸੀਂ ਬਿਲਕੁਲ ਠੀਕ ਕਿਹਾ ਵੀ ਇਹ ਖਿੱਤੇ ਦੇ ਰਾਜ ਦੀ ਵੀ ਗੱਲ ਹੈ। ਕਿਉਂਕਿ ਜਦੋਂ ਗੁਰਬਾਣੀ ਨੇ ਸਾਨੂੰ ਇਕਨੋਮਿਕ ਮਾਡਲ ਦਿੱਤਾ, ਜਦੋਂ ਗੁਰਬਾਣੀ ਨੇ ਸਾਨੂੰ ਇਹ ਸਮਾਜ ਦੀ ਬਰਾਬਰਤਾ ਦਾ ਮਾਡਲ ਦਿੱਤਾ, ਨਰੋਏ ਸਮਾਜ ਦੀ ਸਿਰਜਣਾ ਦਾ, ਸਚਿਆਰ ਮਨੁੱਖ ਦਾ ਮਾਡਲ ਦਿੱਤਾ, ਉੱਥੇ ਰਾਜ ਦਾ ਮਾਡਲ ਵੀ ਦਿੱਤਾ। ਸਾਡੇ ਗੁਰੂਆਂ ਨੇ ਸਾਨੂੰ ਮੀਰੀ ਪੀਰੀ ਦਾ ਸੰਕਲਪ ਦਿੱਤਾ, ਔਰ ਦਿੱਲੀ ਦੇ ਕੈਪੈਰਲਰ ਅਕਾਲ ਤਖਤ ਸਾਹਿਬ ਦੇ ਤਖਤ ਦੀ ਸਿਰਜਣਾ ਕਰਕੇ ਸਾਨੂੰ ਇੱਕ ਅੱਜ ਬਹੁਤੀ ਵਾਰੀ ਜਦੋਂ ਗੱਲ ਮੀਰੀ ਪੀਰੀ ਦੀ ਲੋਕੀ ਇੰਟਰਪ੍ਰੀਟੇਸ਼ਨ ਕਰਦੇ ਆ ਤੇ ਇਹ ਗੱਲ ਕਿਹਾ ਜਾਂਦਾ ਕਿ ਇੱਥੇ ਧਰਮ ਤੇ ਰਾਜਨੀਤੀ ਦਾ ਸੁਮੇਲ ਹੈ। ਬਿਲਕੁਲ ਗਲਤ ਗੱਲ ਹੈ। ਧਰਮ ਰਾਜਨੀਤੀ ਦਾ ਸੁਮੇਲ ਨਹੀਂ ਹੈ। ਇੱਥੇ ਧਰਮ ਨੂੰ ਉੱਚਾ ਰੱਖ ਕੇ ਰਾਜਨੀਤੀ ਨੂੰ ਧਰਮ ਦੇ ਥੱਲੇ ਲਾਇਆ ਗਿਆ ਤਾਂ ਕਿ ਧਰਮ ਅਨੁਸਾਰੀ ਰਾਜਨੀਤੀ ਕੀਤੀ ਜਾ ਸਕੇ। ਜਿਹੜਾ ਅਕਾਲ ਤਖਤ ਸਾਹਿਬ ਵਾਲੇ ਪਾਸੇ ਦਾ ਨਿਸ਼ਾਨ ਹੈ ਉਹ ਨੀਵਾਂ ਹੈ, ਜਿਹੜਾ ਹਰਿਮੰਦਰ ਸਾਹਿਬ ਵਾਲੇ ਪਾਸੇ ਦਾ ਨਿਸ਼ਾਨ ਹੈ ਉਹ ਉੱਚਾ ਹੈ। ਇਹਦਾ ਮਤਲਬ ਜਿਹੜੀ ਮੀਰੀ ਤੇ ਪੀਰੀ ਦੇ ਸੰਕਲਪ ਦੇ ਵਿੱਚ ਰਾਜਨੀਤੀ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਤੂੰ ਧਰਮ ਦੇ ਕੁੰਡੇ 'ਚ ਕੰਮ ਕਰਨਾ। ਸੋ ਗੁਰੂ ਸਾਹਿਬਾਨ ਨੇ ਸਾਨੂੰ ਰਾਜ ਦਾ ਵੀ ਸੰਕਲਪ ਦਿੱਤਾ। ਔਰ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਬਣਤਰ ਵੇਖਦੇ ਹਾਂ, ਉਹਦਾ ਸਲੀਕਾ ਦੇਖਦੇ ਹਾਂ, ਬਹੁਤ ਸਾਰੀਆਂ ਉਣਤਾਈਆਂ ਹੋਣਗੀਆਂ, ਰਾਜੀ ਸਿਸਟਮ ਹੈ, ਪਰ ਮੈਂ ਇੱਕ ਗੱਲ ਕਹਿਣਾ ਕਿ ਉਸ ਰਾਜ ਦਾ ਸੈਕੂਲਰ ਸਿਸਟਮ ਅੱਜ ਪੂਰੀ ਦੁਨੀਆ ਨੂੰ ਸਮਝਣਾ ਚਾਹੀਦਾ। ਅੱਜ ਬਹੁਤ ਸਾਰੇ ਲੋਕਾਂ ਨੇ ਜਦੋਂ ਪੂਰੀ ਦੁਨੀਆ ਦੇ ਵਿੱਚ ਰਾਜਿਆਂ ਦੇ ਐਨਾਲਿਸਿਸ ਹੋਏ, ਜਦੋਂ ਇਹ ਗੱਲ ਚੱਲੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਿਉਂ ਚੱਲਦੀ ਹੈ? ਕਿਤੇ ਨਾ ਕਿਤੇ ਉਸ ਰਾਜ ਦੇ ਵਿੱਚ ਖਾਲਸਾਈ ਕਦਰਾਂ ਕੀਮਤਾਂ ਨੇ, ਕਿਤੇ ਨਾ ਕਿਤੇ ਉਸ ਰਾਜ ਦੇ ਵਿੱਚ ਇੱਕ ਐਸਾ ਸਿਸਟਮ ਨਜ਼ਰੀ ਪਿਆ ਜਿੱਥੋਂ ਸੈਕੂਲਰਿਜ਼ਮ ਦੀ ਗੱਲ ਸਮਝ ਲੱਗੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਈਸਾਈ ਵੀ ਅਹੁਦੇਦਾਰ ਸੀਗੇ, ਮੁਸਲਮਾਨ ਅਹੁਦੇਦਾਰ ਸੀ, ਹਿੰਦੂ ਅਹੁਦੇਦਾਰ ਸੀਗੇ ਤੇ ਸਿੱਖ ਤਾਂ ਸੀਗੇ। ਸੋ ਉਹ ਰਾਜ ਜਿਹੜਾ ਕਾਬਲ ਤੋਂ ਲੈ ਕੇ ਕਸ਼ਮੀਰ ਤੱਕ ਜਿਹੜਾ ਉਹ ਚੱਲਦਾ ਸੀਗਾ, ਰਾਜ ਸਤਲੁਜ ਦੇ ਕੰਢਿਆਂ ਤੱਕ ਰਾਜ ਚੱਲਦਾ ਸੀਗਾ। ਸੋ ਸਿੱਖਾਂ ਨੇ ਉਹ ਰਾਜ ਕੀਤਾ ਤੇ ਇਹ ਵਰਲਡ ਆਰਡਰ ਸਾਨੂੰ ਬਿਲਕੁਲ ਇਸ ਗੱਲ ਦੇ ਲਈ ਉਧਰ ਨੂੰ ਤੋਰਦਾ ਕਿ ਪੰਜਾਬ ਨੇ ਜਦੋਂ ਮਾਡਲ ਬਣਨਾ, ਜਿਵੇਂ ਮੈਂ ਕਰਤਾਰਪੁਰੀ ਮਾਡਲ ਦੀ ਗੱਲ ਕੀਤੀ, ਕਰਤਾਰਪੁਰੀ ਮਾਡਲ ਪੰਜਾਬ ਤੇ ਲਾਗੂ ਹੋਏਗਾ। ਅੱਜ ਪੂਰੀ ਦੁਨੀਆ ਜਦੋਂ ਹਰਸਿਮਰਨ ਸਿੰਘ ਮੰਨ ਲਓ ਅੱਜ UN ਜਾ ਕੇ ਕਹਿਣ ਕਿ ਸਾਡੇ ਕੋਲ ਇੱਕ ਆਲਟਰਨੇਟਿਵ ਮਾਡਲ ਹੈਗਾ ਪੂਰੀ ਦੁਨੀਆ ਦੇ ਵਾਸਤੇ, ਅਗਲੇ ਕਹਿਣਗੇ ਪਹਿਲਾਂ ਪੰਜਾਬ 'ਚ ਕਿਸੇ ਦੁਨੀਆ ਦੀ ਸਟੇਟ 'ਚ ਲਾਗੂ ਹੋਇਆ। ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਾਂ ਸਾਡੀ ਖੁਦ ਮੁਖਤਿਆਰੀ ਦੀ ਜਦੋਂ ਗੱਲ ਨਹੀਂ ਆਉਂਦੀ, ਸਾਡੇ ਪਾਤਸ਼ਾਹੀ ਦਾਅਵੇ ਦੀ ਗੱਲ ਆਉਂਦੀ ਹੈ ਜਦੋਂ, ਤੇ ਇਹ ਆਰਡਰ, ਇਹ ਕਿਤਾਬ, ਸਾਡੇ ਗੁਰੂਆਂ ਦਾ ਸਿਧਾਂਤ ਸਾਨੂੰ ਇਹ ਗੱਲ ਨਾਲ ਜੋੜਦਾ ਕਿ ਅਸੀਂ ਪੂਰੀ ਦੁਨੀਆ ਨੂੰ ਇੱਕ ਰੋਲ ਮਾਡਲ ਰਾਜ ਦਾ ਕਨਸੈਪਟ ਵੀ ਜਿਹੜਾ ਉਹ ਖਾਲਸਾਈ ਰਾਜ ਦੇ ਰੂਪ 'ਚ ਦੇਣਾ, ਔਰ ਉਹ ਕਿਸੇ ਖਿੱਤੇ ਤੇ ਹੀ ਹੋਏਗਾ। ਤੇ ਜਿਸ ਖਿੱਤੇ ਤੇ ਲੋਕਾਂ ਨੇ ਕਾਬਲ ਤੱਕ ਰਾਜ ਕੀਤਾ ਤੇ ਇੱਥੋਂ ਦੇ ਜਿਹੜੇ ਸਾਡਾ ਨਿਜ਼ਾਮ ਸੀ ਆਜ਼ਾਦੀ ਤੋਂ ਬਾਅਦ, ਉਹਨੇ ਸਾਡਾ ਲਾਹੌਰ ਗਵਾਇਆ, ਉਹਨੇ ਸਾਡੇ ਖਾਲਸਾਈ ਰਾਜ ਦੀਆਂ ਨਿਸ਼ਾਨੀਆਂ ਗਵਾਈਆਂ। ਤਾਂ ਮੈਨੂੰ ਲੱਗਦਾ ਸਾਡਾ ਸੁਪਨਾ ਨਹੀਂ ਮਰਨਾ ਚਾਹੀਦਾ ਕਿ ਸਾਨੂੰ ਉਸ ਰਾਜ ਦੇ ਵੱਲ ਨੂੰ ਵੀ ਤੁਰਨਾ ਚਾਹੀਦਾ ਤਾਂ ਕਿ ਅਸੀਂ ਮਾਡਲ ਬਣਾ ਕੇ ਪੂਰੀ ਦੁਨੀਆ ਨੂੰ ਦੱਸ ਸਕੀਏ ਕਿ ਆਹ ਸਾਡੇ ਗੁਰੂਆਂ ਦੇ ਰਾਜ ਦਾ ਮਾਡਲ। ਬਿਲਕੁਲ ਜੀ, ਇਹ ਸਨ ਜੀ ਸਾਡੇ ਨਾਲ ਸਿੰਘ ਸਾਹਿਬ ਹੋਣੀ, ਜਥੇਦਾਰ ਸਾਹਿਬ ਜੀ, ਜਿਨ੍ਹਾਂ ਨੇ ਗੱਲਬਾਤ ਕੀਤੀ ਆ ਕਿ ਭਾਈ ਅਸੀਂ ਜਿਹੜਾ ਆ ਸਿੱਖ ਸਿਧਾਂਤਾਂ ਵੱਲ ਨੂੰ ਸਾਨੂੰ ਮੁੜਨਾ ਚਾਹੀਦਾ। ਸੋ ਸਾਡੇ ਨਾਲ ਸਰਦਾਰ ਹਰਪ੍ਰਤਾਪ ਸਿੰਘ ਜੀ ਜਿਹੜੇ ਇਹ ਵੀ ਮੌਜੂਦ ਨੇ ਜਲੰਧਰ ਤੋਂ, ਅਸੀਂ ਇਹਨਾਂ ਨਾਲ ਵੀ ਵਿਚਾਰ ਸਾਂਝੇ ਕਰਨੇ ਆ। ਵੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰਦਾਰ ਹਰਪ੍ਰਤਾਪ ਸਿੰਘ ਜੀ, ਤੁਸੀਂ ਅੱਜ ਇੱਥੇ ਗੋਸ਼ਟੀ ਦੇ ਵਿੱਚ ਪਹੁੰਚੇ ਹੋ ਜੀ, ਜਿਹਦੇ ਵਿੱਚ ਗੱਲਬਾਤ ਚੱਲੀ ਆ ਕਿ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਉੱਤੇ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਜਿਹੜਾ ਆ ਪੂਰੇ ਵਿਸ਼ਵ ਪੱਧਰ ਦੇ ਉੱਤੇ ਜਿਹੜਾ ਆ ਮਜ਼ਬੂਤ ਹੋ ਸਕਦੇ ਆ। ਸੋ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਸਿੱਖ ਕੌਮ ਹੈ ਉਹ ਜਿਹੜੀ ਵਿਸ਼ਵ ਪੱਧਰ ਉੱਤੇ ਮਜ਼ਬੂਤ ਹੋ ਸਕਦੀ ਹੈ? ਦੇਖੋ ਜੀ, ਜਿਹੜੀ ਅੱਜ ਇਹਨਾਂ ਕਿਤਾਬ ਰਿਲੀਜ਼ ਕੀਤੀ ਆ ਜੀ, ਬਦਲਵੇਂ ਰਾਜ ਅਤੇ ਵਿਸ਼ਵ ਨਿਜ਼ਾਮ ਦੀਆਂ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਗਲੋਬਲ ਦਿਸ਼ਾਵਾਂ ਬਾਰੇ, ਹਾਂਜੀ, ਉਹ ਜਿਹੜੀ ਸਾਰੀ ਆ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਲਿਖੀ ਗਈ ਹੈ। ਹਾਂਜੀ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਵਾ ਸਾਨੂੰ ਸਿਖਾਇਆ ਗਿਆ ਵਾ, ਅਵਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਸੋ ਜਿਹੜੇ ਇਸ ਸਟੇਟ ਤੋਂ ਕਹਿੰਦੇ ਪਏ ਪੰਜਾਬ ਤੋਂ ਸ਼ੁਰੂ ਕਰਕੇ ਪੂਰੇ ਵਰਲਡ ਦੇ ਵਿੱਚ ਜਿਹੜਾ ਵਾ ਉਹ ਸਿੱਖ ਰਾਜ ਦਾ ਕਾਇਮ ਕੀਤਾ ਜਾਵੇ, ਤੇ ਉਹ ਸਿਰਫ ਸਾਡੇ ਗੁਰੂ ਸਾਹਿਬ ਨੇ ਆਖਿਆ, ਕਿਉਂਕਿ ਕਿਸੇ ਵੀ ਜਿੰਨੇ ਵੀ ਧਰਮ ਨੇ, ਜਿੰਨੀਆਂ ਵੀ ਧਾਰਮਿਕ ਹੋਰ ਕਿਤਾਬਾਂ ਨੇ, ਕਿਸੇ ਵਿੱਚ ਵੀ ਇਹ ਨਹੀਂ ਲਿਖਿਆ ਗਿਆ ਵੀ ਅਵਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗੋ ਪੁਜਿਆ ਕੌਣ ਭਲੇ ਕੋ ਮੰਦੇ। ਸੋ ਇਸ ਕਰਕੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਹੀ ਇਸ ਪਾਸੇ ਵਧਿਆ ਜਾ ਸਕਦਾ ਹੈ। ਤੇ ਬਾਕੀ ਦੀ ਖਾਲਸਾ ਰਾਜ ਦੀ ਗੱਲ, ਖਾਲਸਾ ਰਾਜ ਬਾਰੇ ਜਦੋਂ ਅਸੀਂ ਖੁਦ ਖਾਲਸਾ ਹੋ ਗਏ ਨਾ ਤੇ ਖਾਲਸਾ ਰਾਜ ਆ ਜਾਣਾ। ਅੱਜ ਹਾਂਜੀ, ਅਜੇ ਸਾਡੇ ਵਿੱਚ ਕਈ ਕਮੀਆਂ ਨੇ।
ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਦਾ ਸਥਾਨ ਬਣਾ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਕਹਿਣੇ ਨਹੀਂ ਲੱਗਦੇ, ਸਿਰਫ ਮੰਨਦੇ ਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣ ਡੈ ਪਏ, ਉਹਦੇ ਤੇ ਚੱਲਣ ਡੈ ਪਏ, ਤੇ ਅਸੀਂ ਖਾਲਸਾ ਰਾਜ ਵੱਲ ਕਦ ਵੀ ਪੁੱਟਾਂਗੇ। ਬਿਲਕੁਲ ਜੀ, ਜਿਸ ਤਰ੍ਹਾਂ ਅਸੀਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਇਕੱਲਾ ਪੂਜਦੇ ਹੀ ਆ, ਉਹਨੂੰ ਪੂਜਨਯੋਗ ਬਣਾ ਲਿਆ ਆ, ਉਹਦੀ ਉੱਤੇ ਜੋ ਲਿਖਿਆ ਆ ਉਹਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ। ਸੋ ਮੈਂ ਇਸ ਗੱਲ ਨੂੰ ਅੱਗੇ ਤੋਰਦਾ ਹਾਂ, ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਸਾਡੇ ਕੋਲ ਸਿੱਖ ਰਾਜ ਬਾਬਾ ਬੰਦਾ ਬਹਾਦਰ ਸਾਹਿਬ ਜੀ ਨੇ ਸਥਾਪਿਤ ਕੀਤਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਤੋਂ ਬਾਅਦ, ਜਿਨ੍ਹਾਂ ਨੇ ਇੱਥੇ ਨਾਨਕਸ਼ਾਹੀ ਸਿੱਕਾ ਚਲਾਇਆ, ਸਿੱਖਾਂ ਦੇ ਆਪਣੇ ਨਿਸ਼ਾਨ ਝੂਲੇ, ਤੇ ਉਹਨੂੰ ਅੱਗੇ ਚਲਾਉਂਦਿਆਂ ਹੋਇਆਂ ਜਿਹੜਾ ਆ ਉਹ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚ ਗਿਆ। ਮਹਾਰਾਜਾ ਰਣਜੀਤ ਸਿੰਘ ਤੋਂ ਅੱਗੇ ਜਾ ਕੇ ਇਸ ਤਰ੍ਹਾਂ ਦੀ ਹਾਲਾਤ ਬਣ ਗਈ ਕਿ ਸਾਡੇ ਪੰਜਾਬ ਦੇ ਵਿੱਚੋਂ ਉਹ ਪੰਜਾਬ ਨੂੰ ਵੰਡ ਦਿੱਤਾ ਗਿਆ, 2 ਹਿੱਸਿਆਂ 'ਚ ਵੰਡ ਦਿੱਤਾ ਗਿਆ। ਅੱਜ ਉਹਦੀ ਪ੍ਰਾਪਤੀ ਦੇ ਲਈ ਲੰਮਾ ਸੰਘਰਸ਼ ਵੀ ਜਿਹੜਾ ਉਹ ਕੀਤਾ ਗਿਆ ਕਿ ਅੱਜ ਫੇਰ ਦੁਬਾਰਾ ਤੋਂ ਜਿਸ ਤਰ੍ਹਾਂ ਅੱਜ ਇੱਥੇ ਇਹ ਕਿਤਾਬ ਰਿਲੀਜ਼ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਰਾਜ ਜਿਹੜਾ ਸਥਾਪਿਤ ਕਰਨ ਵਾਸਤੇ ਫਿਰ ਪਹਿਲਾਂ ਤੋਂ ਹੀ ਸੰਘਰਸ਼ ਜਿਹੜਾ ਉਹ ਸ਼ੁਰੂ ਕਰਨਾ ਪਊਗਾ। ਨਹੀਂ ਜੀ, ਉਹ ਜਿਹੜਾ ਪਹਿਲਾ ਸੰਘਰਸ਼ੀ ਵਾਰਾ ਸਾਨੂੰ ਤਾਂ ਲੈ ਚੁੱਕਾ ਹੈ। ਹੁਣ ਸਾਨੂੰ ਸਿਰਫ ਉਸ ਸੰਘਰਸ਼ ਨੂੰ ਵਾਚਣ ਦੀ ਲੋੜ ਹੈ ਜੀ। ਜੋ ਗੁਰੂ ਗੋਬਿੰਦ ਸਿੰਘ ਕਹਿ ਗਏ ਨੇ ਨਾ, ਸ਼ਾਸਤਰ ਕੇ ਅਧੀਨ ਹੈ ਰਾਜ, ਧਰਮ ਬਿਨਾਂ ਨੇ ਰਾਜ ਚਲੇ ਹੈ। ਸਾਨੂੰ ਰਾਜ ਵੀ ਚਾਹੀਦਾ ਤੇ ਧਰਮ ਵੀ ਚਾਹੀਦਾ। ਇਹ ਦੋਵੇਂ ਚੀਜ਼ਾਂ ਅਸੀਂ ਬਰਾਬਰ ਰੱਖ ਕੇ ਚੱਲਾਂਗੇ ਤੇ ਫਿਰ ਅਸੀਂ ਉਸ ਤੱਕ ਅੱਪੜ ਸਕਦੇ ਹਾਂ। ਆਪਣੇ ਹੀ ਪਏ ਆ, ਸਿਰਫ ਸਾਡਾ ਜਿਹੜਾ ਆਪਸ ਵਿੱਚ ਜਿਹੜਾ ਸਰਕਾਰਾਂ ਨੇ ਉਹ ਸਾਨੂੰ ਉੱਥੇ ਤੱਕ ਪਹੁੰਚਣ ਨਹੀਂ ਦਿੰਦੀਆਂ। ਅਸੀਂ ਕੁਝ ਸਰਕਾਰਾਂ ਦੀ ਝੋਲੀ ਪੈ ਜਾਂਦੇ ਆ, ਕੁਝ ਆਪਸ ਵਿੱਚ ਸਾਡਾ ਮਤਭੇਦ ਨੇ। ਜਦੋਂ ਆਪਣੇ ਮਤਭੇਦ ਖਤਮ ਹੋ ਗਏ, ਅਸੀਂ ਸਰਕਾਰਾਂ ਦੀ ਝੋਲੀ ਛੱਡ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਝੋਲੀ ਵਿੱਚ ਪੈ ਗਏ, ਗੁਰੂ ਗੋਬਿੰਦ ਸਿੰਘ ਦੀ ਮਰਜ਼ਾਦਾ ਦੀ ਝੋਲੀ ਵਿੱਚ ਪੈ ਗਏ, ਤੇ ਸਿੱਖ ਰਾਜ ਕੋਈ ਐਡੀ ਵੱਡੀ ਗੱਲ ਨਹੀਂ ਗਿਆ, ਅਸੀਂ ਪ੍ਰਾਪਤ ਕਰਾਂਗੇ। ਬਿਲਕੁਲ ਜੀ, ਇਹ ਸਨ ਜੀ ਸਾਡੇ ਨਾਲ ਹਰਪ੍ਰਤਾਪ ਸਿੰਘ ਜੀ ਗਿੱਲ ਜਲੰਧਰ ਤੋਂ, ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਸਿੱਖ ਰਾਜ ਕੋਈ ਐਡੀ ਵੱਡੀ ਦੂਰ ਨਹੀਂ ਗਾ। ਅਸੀਂ ਸਿੱਖ ਰਾਜ ਜਿਹੜਾ ਪ੍ਰਾਪਤ ਕਰ ਸਕਦੇ ਹਾਂ ਕਿ ਜਦੋਂ ਅਸੀਂ ਆਪਣੇ ਸੱਚੇ ਮਨੋਂ ਜਿਹੜਾ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾਂਗੇ ਤੇ ਉਹਨਾਂ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਜੇ ਆਪਾਂ ਆਪਣਾ ਕੰਮ ਸ਼ੁਰੂ ਕਰ ਦਈਏ ਤੇ ਆਪਣੇ ਜਿਹੜੇ ਵਖਰੇਵੇਂ ਆ ਉਹ ਦੂਰ ਕਰ ਲਈਏ ਤੇ ਅਸੀਂ ਸਿੱਖ ਸੰਘਰਸ਼ ਜਿਹੜਾ ਵੱਖਰਾ ਸਾਡਾ ਸਿੱਖ ਰਾਜ ਖੁੱਸਿਆ ਹੋਇਆ ਰਾਜ ਹੈ ਅਸੀਂ ਫਿਰ ਪ੍ਰਾਪਤ ਕਰ ਸਕਦੇ ਹਾਂ। ਮੈਂ ਸੁਰਿੰਦਰਪਾਲ ਸਿੰਘ ਤਾਲਪੁਰਾ, ਅਕਾਲ ਖਾਲਸਾ ਨਿਊਜ਼ ਤੋਂ ਫਤਿਹ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।